मैं ਚਰਨਪ੍ਰੀਤ ਸਿੰਘ BM ਮੈਥਸ ਬਲਾਕ ਬਟਾਲਾ 2 ਡਿਸਟ੍ਰਿਕਟ ਗੁਰਦਾਸਪੁਰ ਸਾਰੇ ਵਿਦਿਆਰਥੀਆਂ ਦਾ ਇਸ ਆਨਲਾਈਨ ਕਲਾਸ ਦੇ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ 10ਵੀਂ ਜਮਾਤ ਦੇ ਅਧਿਆਇ 14 ਅੰਕੜਾ ਵਿਗਿਆਨ ਦੀ ਅਭਿਆਸ 14.2 ਹੱਲ ਕਰਾਂਗੇ। ਵਿਦਿਆਰਥੀਓ, ਇਸ ਵਿੱਚ ਅਸੀਂ ਕੁਝ ਇਸ ਤਰ੍ਹਾਂ ਦੇ ਕੁਐਸਚਨ ਲਏ ਹਨ ਜਿਸ ਦੇ ਵਿੱਚ ਸਾਨੂੰ ਬਹੁਲਕ ਅਤੇ ਮੱਧਮਾਨ ਕੱਢਣ ਲਈ ਕਿਹਾ ਗਿਆ ਹੈ। ਉਸ ਤੋਂ ਬਾਅਦ ਅਸੀਂ ਬਹੁਲਕ ਤੇ ਮੱਧਮਾਨ ਦਾ ਕੰਪੈਰੀਜ਼ਨ ਕਰਾਂਗੇ ਕਿ ਸੈਂਟਰਲ ਟੈਂਡੈਂਸੀ ਭਾਵ ਕਿ ਕੇਂਦਰੀ ਪ੍ਰਵਿਰਤੀ ਦੀਆਂ ਇਹ ਦੋ ਮਾਪਾਂ ਦਾ ਕੀ ਮਤਲਬ ਹੈ, ਦੋਵਾਂ ਮਾਪਾਂ ਦਾ ਕੀ ਫਰਕ ਹੁੰਦਾ ਹੈ, ਇਸ ਕੁਐਸਚਨ ਦੇ ਨਾਲ ਅਸੀਂ ਇਹ ਸਮਝਾਂਗੇ। ਆਓ ਦੇਖੀਏ ਪਹਿਲਾ ਕੁਐਸਚਨ। ਬੱਚਿਓ, ਪਹਿਲੇ ਕੁਐਸਚਨ ਦੇ ਵਿੱਚ ਸਾਨੂੰ ਡੇਟਾ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਰੋਗੀਆਂ ਦੀ ਗਿਣਤੀ ਦਿੱਤੀ ਗਈ ਹੈ, ਉਹਨਾਂ ਦੀ ਉਮਰ ਗੁੱਟ ਦੇ ਹਿਸਾਬ ਨਾਲ। ਅਸੀਂ ਇਸ ਡੇਟਾ ਦੇ ਵਿੱਚੋਂ ਬਹੁਲਕ ਪਤਾ ਕਰਨਾ ਹੈ ਭਾਵ ਕਿ ਮੋਡ ਪਤਾ ਕਰਨਾ ਹੈ ਅਤੇ ਮੱਧਮਾਨ ਭਾਵ ਕਿ ਅਰਿਥਮੈਟਿਕ ਮੀਨ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਬੱਚਿਓ ਅਸੀਂ ਬਹੁਲਕ ਪਤਾ ਕਰਾਂਗੇ। ਜਿਵੇਂ ਕਿ ਸਾਰੇ ਵਿਦਿਆਰਥੀ ਜਾਣਦੇ ਹਨ ਕਿ ਇੱਕ ਵਰਗੀਕ੍ਰਿਤ ਡੇਟਾ ਦੇ ਬਹੁਲਕ ਦੀ ਵੈਲਿਊ ਕੱਢਣ ਲਈ ਸਾਡੇ ਕੋਲ ਇੱਕ ਫਾਰਮੂਲਾ ਹੈ L plus bracket start F1 minus F0 over 2F1 minus F0 minus F2 bracket close into H। ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਇਸ ਫਾਰਮੂਲੇ ਵਿੱਚ ਦਿੱਤੀਆਂ ਨੋਟੇਸ਼ਨਸ ਦਾ ਬਾਖੂਬੀ ਪਤਾ ਹੈ। ਆਓ ਅਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਦਿੱਤੇ ਹੋਏ ਸਵਾਲ ਦੇ ਡੇਟਾ ਦੇ ਵਿੱਚੋਂ ਅਸੀਂ ਬਹੁਲਕ ਪਤਾ ਕਰਨ ਦੀ ਕੋਸ਼ਿਸ਼ ਕਰੀਏ। ਸੋ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਬਹੁਲਕ ਪਤਾ ਕਰਨ ਲਈ ਸਾਨੂੰ ਬਹੁਲਕ ਵਰਗ ਦਾ ਪਤਾ ਹੋਣਾ ਜ਼ਰੂਰੀ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਸਮੂਹ ਵਿਦਿਆਰਥੀ ਬਹੁਲਕ ਵਰਗ ਤੋਂ ਭਲੀ ਭਾਂਤੀ ਜਾਣੂ ਹਨ। ਬੱਚਿਓ, ਬਹੁਲਕ ਵਰਗ ਦਿੱਤੇ ਹੋਏ ਡੇਟਾ ਦਾ ਉਹ ਕਲਾਸ ਇੰਟਰਵਲ ਹੈ ਜਿਸ ਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ, ਇਸ ਡੇਟਾ ਦੇ ਵਿੱਚ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ 23 ਹੈ। ਸੋ ਜਿਹੜਾ ਇਹਦੇ ਕੋਰਸਪੋਂਡਿੰਗ ਵਰਗ ਹੈ, ਕਲਾਸ ਇੰਟਰਵਲ ਹੈ 35 ਤੋਂ 45, ਉਹ ਸਾਡਾ ਬਹੁਲਕ ਵਰਗ ਹੋਵੇਗਾ ਭਾਵ ਕਿ ਮਾਡਲ ਕਲਾਸ ਹੋਏਗੀ। ਸਾਰਾ ਕੁਐਸਚਨਸ ਦਾ ਦਾਰੋਮਦਾਰ, ਸਾਰੇ ਸਵਾਲ ਦੇ ਨੋਟੇਸ਼ਨਸ ਦੀ ਦਾਰੋਮਦਾਰ ਇਸ ਬਹੁਲਕ ਵਰਗ ਦੇ ਆਲੇ ਦੁਆਲੇ ਹੈ। ਆਓ ਅਸੀਂ ਸਾਰੀਆਂ ਵੈਲਿਊਜ਼ ਨੂੰ 1 ਬਾਈ 1 ਪਤਾ ਕਰਨ ਦੀ ਕੋਸ਼ਿਸ਼ ਕਰੀਏ। ਹਾਂਜੀ ਬੱਚਿਓ, ਸਭ ਤੋਂ ਪਹਿਲਾਂ ਅਸੀਂ L ਦੀ ਵੈਲਿਊ ਕੱਢਾਂਗੇ। ਸਾਨੂੰ ਪਤਾ ਹੈ ਕਿ L ਕੀ ਹੁੰਦਾ ਹੈ। L ਬੱਚਿਓ ਬਹੁਲਕ ਵਰਗ ਦੀ ਹੇਠਲੀ ਸੀਮਾ ਹੈ। ਜਿਵੇਂ ਕਿ ਬਹੁਲਕ ਵਰਗ 35 ਤੋਂ 45 ਹੈ, ਸੋ ਇਸ ਦੀ ਹੇਠਲੀ ਸੀਮਾ ਹੋਏਗੀ ਬੱਚਿਓ 35। ਉਸ ਤੋਂ ਬਾਅਦ ਬੱਚਿਓ F1 ਕੀ ਹੁੰਦਾ ਹੈ। F1 ਬਹੁਲਕ ਵਰਗ ਦੀ ਬਾਰੰਬਾਰਤਾ ਹੈ। ਬਹੁਲਕ ਵਰਗ ਦੇ ਕੋਰਸਪੋਂਡਿੰਗ ਬਾਰੰਬਾਰਤਾ ਬੱਚਿਓ 23 ਹੈ, ਸੋ F1 ਦੀ ਵੈਲਿਊ 23 ਹੋਏਗੀ। ਇਸੇ ਤਰ੍ਹਾਂ ਬੱਚਿਓ ਜੇ ਆਪਾਂ ਅਗਲੀ ਨੋਟੇਸ਼ਨਸ ਦੀ ਗੱਲ ਕਰੀਏ ਤੇ ਸਾਡੇ ਕੋਲ ਬੱਚਿਓ F0 ਹੈ। F0 ਵਿਦਿਆਰਥੀਓ ਕੀ ਹੁੰਦਾ ਹੈ। F0 ਬਹੁਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਹੁੰਦੀ ਹੈ। ਬਹੁਲਕ ਵਰਗ ਤੋਂ ਬੱਚਿਓ ਪਹਿਲਾ ਵਰਗ ਕਿਹੜਾ ਵਾ, 25 ਤੋਂ 35 ਵਾਲਾ, ਉਹਦੇ ਕੋਰਸਪੋਂਡਿੰਗ ਫ੍ਰੀਕੁਐਂਸੀ ਕਿੰਨੀ ਹੈ 21। ਸੋ ਸਾਡੇ ਕੋਲ F0 ਦੀ ਵੈਲਿਊ ਬੱਚਿਓ 21 ਆ ਜਾਵੇਗੀ। ਇਸੇ ਤਰ੍ਹਾਂ ਜੇ ਬੱਚਿਓ ਮੈਂ F2 ਦੀ ਗੱਲ ਕਰਾਂ, F2 ਬੱਚਿਓ ਕੀ ਹੁੰਦਾ ਹੈ। F2 ਬਹੁਲਕ ਵਰਗ ਤੋਂ ਠੀਕ ਅਗਲੇ ਵਰਗ ਦੀ ਬਾਰੰਬਾਰਤਾ ਹੁੰਦੀ ਹੈ, ਫ੍ਰੀਕੁਐਂਸੀ ਹੁੰਦੀ ਹੈ। ਬਹੁਲਕ ਵਰਗ 35 ਤੋਂ 45 ਤੋਂ ਅਗਲਾ ਬੱਚਿਓ ਵਰਗ 45 ਤੋਂ 55 ਹੈ। ਇਸ ਦੇ ਕੋਰਸਪੋਂਡਿੰਗ ਫ੍ਰੀਕੁਐਂਸੀ 14 ਹੈ, ਸੋ ਸਾਡੀ F2 ਦੀ ਵੈਲਿਊ 14 ਆ ਜਾਵੇਗੀ। ਤੇ H ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ H ਬੱਚਿਓ ਕਲਾਸ ਇੰਟਰਵਲ ਦਾ ਵਰਗ ਮਾਪ ਹੁੰਦਾ ਹੈ। 5 ਤੋਂ 15 ਦਾ ਵਰਗ ਮਾਪ ਬੱਚਿਓ 10 ਹੈ। ਇਹ ਕਿਸ ਤਰ੍ਹਾਂ ਆਈ ਵੈਲਿਊ, 15 ਚੋਂ 5 ਮਾਈਨਸ ਕਰ ਦੋਗੇ ਤੁਹਾਡੇ ਕੋਲ 10 ਆ ਜਾਏਗਾ। ਹੁਣ ਸਾਡੇ ਕੋਲ ਬੱਚਿਓ ਇਸ ਫਾਰਮੂਲੇ ਦੀਆਂ ਸਾਰੀਆਂ ਵੈਲਿਊਜ਼ ਦਾ ਪਤਾ ਲੱਗ ਚੁੱਕਾ ਹੈ। ਅਸੀਂ 1 ਬਾਈ 1 ਕਰਕੇ ਇਸ ਫਾਰਮੂਲੇ ਦੇ ਵਿੱਚ ਵੈਲਿਊਜ਼ ਫਿਲ ਕਰਾਂਗੇ ਅਤੇ ਕੋਰਸਪੋਂਡਿੰਗ ਉਹਨਾਂ ਦੇ ਕੈਲਕੂਲੇਸ਼ਨ ਕਰਨ ਤੋਂ ਬਾਅਦ ਅਸੀਂ ਜਿਹੜਾ ਬਹੁਲਕ ਪ੍ਰਾਪਤ ਕਰਾਂਗੇ ਉਹ ਬੱਚਿਓ ਸਾਡੇ ਕੋਲ ਆਏਗਾ 36.8। ਇਹ ਬੱਚਿਓ ਸਾਡੇ ਕੋਲ ਗਿਵਨ ਡੇਟਾ ਦਾ ਬਹੁਲਕ ਆ ਗਿਆ ਹੈ। ਆਓ ਹੁਣ ਅਸੀਂ ਇਸ ਦਾ ਮੱਧਮਾਨ ਪਤਾ ਕਰਨ ਦੀ ਵੀ ਕੋਸ਼ਿਸ਼ ਕਰੀਏ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਮੱਧਮਾਨ ਪਤਾ ਕਰਨ ਦੇ 3 ਤਰੀਕੇ ਹਨ। ਅਸੀਂ ਕੋਈ ਢੁਕਵਾਂ ਤਰੀਕਾ ਲਗਾ ਕੇ, ਢੁਕਵਾਂ ਮੈਥਡ ਲਗਾ ਕੇ ਇਸ
ਗਿਵਨ ਡੇਟਾ ਦਾ ਮੱਧਮਾਨ ਪਤਾ ਕਰ ਸਕਦੇ ਹਾਂ। ਜਿਵੇਂ ਕਿ ਵਿਦਿਆਰਥੀਓ ਅਸੀਂ ਜਾਣਦੇ ਹਾਂ ਸਾਡੇ ਇਸ ਗਿਵਨ ਡੇਟਾ ਦੇ ਵਿੱਚ ਸਾਡੀਆਂ ਵੈਲਿਊਜ਼ ਕੋਈ ਬਹੁਤ ਜ਼ਿਆਦਾ ਵੱਡੇ ਅੰਕੜੇ ਨਹੀਂ ਦਿੱਤੇ, ਸੋ ਅਸੀਂ ਇਹਦੇ ਵਿੱਚ ਡਾਇਰੈਕਟ ਪ੍ਰਤੱਖ ਵਿਧੀ ਦਾ ਪ੍ਰਯੋਗ ਕਰਕੇ ਮੱਧਮਾਨ ਬੜਾ ਈਜ਼ੀਲੀ ਪਤਾ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਡਾਇਰੈਕਟ ਮੈਥਡ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਵਰਗ ਅੰਤਰਾਲ ਵਾਲਾ ਕਾਲਮ ਬਣਾਉਂਦੇ ਹਾਂ, ਉਸ ਤੋਂ ਬਾਅਦ ਰੋਗੀਆਂ ਦੀ ਸੰਖਿਆ ਭਾਵ ਕਿ ਫ੍ਰੀਕੁਐਂਸੀ ਵਾਲਾ ਕਾਲਮ ਬਣਾਉਂਦੇ ਹਾਂ, ਉਸ ਤੋਂ ਬਾਅਦ ਬੱਚਿਓ ਅਸੀਂ ਵਰਗ ਚਿੰਨ੍ਹ ਵਾਲਾ ਕਾਲਮ ਬਣਾਉਂਦੇ ਹਾਂ। ਵਰਗ ਚਿੰਨ੍ਹ ਦਾ ਕਾਲਮ ਬੱਚਿਓ 5 ਅਤੇ 15 ਨੂੰ ਜੋੜ ਕੇ 2 ਨਾਲ ਭਾਗ ਦੇ ਕੇ ਬਣਦਾ ਹੈ। ਕੋਰਸਪੋਂਡਿੰਗਲੀ ਸਾਰੇ ਵਰਗ ਅੰਤਰਾਲਾਂ ਤੋਂ ਵਰਗ ਚਿੰਨ੍ਹ ਵਾਲਾ ਕਾਲਮ ਤਿਆਰ ਹੋ ਜਾਣਾ ਹੈ। ਇਸ ਤਰ੍ਹਾਂ ਬੱਚਿਓ ਨੈਕਸਟ ਇੱਕ ਜਿਹੜਾ ਅਸੀਂ ਕਾਲਮ ਬਣਾਵਾਂਗੇ ਉਹ ਬਣੇਗਾ ਬੱਚਿਓ FI ਵਾਲਾ, ਭਾਵ ਕਿ FI ਅਤੇ XI ਦੀਆਂ ਕੋਰਸਪੋਂਡਿੰਗ ਵੈਲਿਊਜ਼ ਨੂੰ ਮਲਟੀਪਲਾਈ ਕਰਦੇ ਜਾਣਾ ਹੈ ਤੇ FI ਵਾਲਾ ਕਾਲਮ ਤਿਆਰ ਕਰ ਲੈਣਾ ਹੈ। ਇਸ ਤੋਂ ਬਾਅਦ ਵਿਦਿਆਰਥੀਓ ਅਸੀਂ ਇੱਕ ਕੰਮ ਹੋਰ ਕਰਨਾ ਹੁੰਦਾ ਹੈ, ਅਸੀਂ FI ਵਾਲੀਆਂ ਸਾਰੀਆਂ ਵੈਲਿਊਜ਼ ਨੂੰ ਜੋੜ ਕੇ ਤੇ ਉਹਦੇ ਆਖਿਰ ਦੇ ਉੱਤੇ ਜਿਹੜਾ ਥੱਲੇ ਵੈਲਿਊ ਆ ਜਾਣੀ ਹੈ ਉਸ ਨੂੰ ਸਿਗਮਾ FI ਦਾ ਨਾਮ ਦੇ ਦੇਣਾ ਹੈ ਅਤੇ ਇਸ ਦੇ ਨਾਲ ਹੀ ਅਸੀਂ FI ਦੀਆਂ ਸਾਰੀਆਂ ਵੈਲਿਊ ਨੂੰ ਜੋੜ ਕੇ ਜਿਹੜੇ ਸਾਡੇ ਕੋਲੇ ਦੀ ਵੈਲਿਊ ਆਏਗੀ ਉਸ ਨੂੰ ਸਿਗਮਾ FI ਦਾ ਨਾਮ ਦੇਵਾਂਗੇ। ਸੋ ਅਸੀਂ ਸਿਗਮਾ FI 2830 ਅਤੇ ਸਿਗਮਾ FI 80 ਪਤਾ ਕਰ ਲਿਆ ਹੈ। ਇਹ ਸਾਰੀਆਂ ਵੈਲਿਊਜ਼ ਨੂੰ ਅਸੀਂ ਮੱਧਮਾਨ ਵਾਲੇ ਫਾਰਮੂਲੇ 'ਚ ਫਿਲ ਕਰਾਂਗੇ ਅਤੇ ਆਪਣਾ ਮੱਧਮਾਨ ਪ੍ਰਾਪਤ ਕਰ ਲਵਾਂਗੇ। ਮੱਧਮਾਨ ਬੱਚਿਓ ਪ੍ਰਤੱਖ ਵਿਧੀ ਰਾਹੀਂ ਅਸੀਂ ਕਿਸ ਤਰ੍ਹਾਂ ਪਤਾ ਕਰਦੇ ਹਾਂ? ਮੱਧਮਾਨ ਹੁੰਦਾ ਹੈ x ਬਾਰ ਬਰਾਬਰ ਹੈ ਸਿਗਮਾ FI ਓਵਰ ਸਿਗਮਾ FI। ਦੋਨੋਂ ਵੈਲਿਊਜ਼ ਫਿਲ ਕਰਨ ਤੋਂ ਬਾਅਦ ਸਾਡੇ ਕੋਲ ਬੱਚਿਓ ਮੱਧਮਾਨ ਆ ਗਿਆ ਹੈ 35.37। ਸੋ ਮੈਨੂੰ ਯਕੀਨ ਹੈ ਕਿ ਸਾਰੇ ਵਿਦਿਆਰਥੀਆਂ ਨੇ ਬਹੁਲਕ ਅਤੇ ਮੱਧਮਾਨ ਨੂੰ ਕਿਸ ਤਰ੍ਹਾਂ ਪਤਾ ਕੀਤਾ ਹੈ ਸਮਝ ਲਿਆ ਹੋਵੇਗਾ। ਹੁਣ ਬੱਚਿਓ ਅਸੀਂ ਇਹ ਦੋਨੋਂ ਕੇਂਦਰੀ ਪ੍ਰਵਿਰਤੀ ਦੇ ਮਾਪਾਂ ਦਾ ਕੰਪੈਰੀਜ਼ਨ ਕਰਨਾ ਹੈ ਕਿ ਅਸੀਂ ਇਹ ਦੋਨੋਂ ਕੇਂਦਰੀ ਪ੍ਰਵਿਰਤੀ ਦੇ ਮਾਪਾਂ ਤੋਂ ਭਾਵ ਕਿ ਸੈਂਟਰਲ ਟੈਂਡੈਂਸੀ ਦੀ ਮੈਜ਼ਰਸ ਤੋਂ ਕੀ ਮਤਲਬ ਕੱਢਿਆ ਹੈ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੱਚਿਓ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਹਸਪਤਾਲ ਵਿੱਚ ਭਰਤੀ ਹੋਏ ਰੋਗੀ ਜ਼ਿਆਦਾਤਰ 36.8 ਸਾਲ ਦੇ ਲਗਭਗ ਹਨ, ਕਿਉਂਕਿ ਸਾਡਾ ਬਹੁਲਕ 36.8 ਆਇਆ ਸੀ। ਸੋ ਬਹੁਲਕ ਕਿਸੇ ਵੀ ਗਿਵਨ ਡੇਟਾ ਵਿੱਚ ਜਿਹੜੀ ਸਭ ਤੋਂ ਵੱਧ ਵਾਰ ਚੀਜ਼ ਰਿਪੀਟ ਹੁੰਦੀ ਹੈ ਉਸ ਦਾ ਸੰਕੇਤ ਹੁੰਦਾ ਹੈ। ਇਸ ਕਰਕੇ ਬੱਚਿਓ ਜਿਹੜਾ 36.8 ਸਾਲ ਬਹੁਲਕ ਦੀ ਵੈਲਿਊ ਆਈ ਹੈ ਇਹ ਹਸਪਤਾਲ ਵਿੱਚ ਭਰਤੀ ਜ਼ਿਆਦਾਤਰ ਰੋਗੀਆਂ ਦੀ ਉਮਰ ਹੈ। ਅਤੇ ਜੇ ਮੈਂ ਮੱਧਮਾਨ ਦੀ ਗੱਲ ਕਰਾਂ, ਮੱਧਮਾਨ ਬੱਚਿਓ ਸਾਨੂੰ ਦੱਸ ਰਿਹਾ ਹੈ ਕਿ ਰੋਗੀਆਂ ਦੀ ਔਸਤਨ ਉਮਰ, ਜਿੰਨੇ ਵੀ ਬੇਟਾ ਹਸਪਤਾਲ ਦੇ ਵਿੱਚ ਰੋਗੀ ਭਰਤੀ ਹਨ ਉਹਨਾਂ ਦੀ ਔਸਤਨ ਉਮਰ ਭਾਵ ਕਿ ਜਿਹੜੀ ਅਸੀਂ ਅਰਿਥਮੈਟਿਕ ਮੀਨ ਦੀ ਵੈਲਿਊ ਕੱਢੀ ਹੈ 35.37 ਹੈ। ਸੋ ਇਹ ਦਰਸਾ ਰਿਹਾ ਹੈ ਕਿ ਰੋਗੀਆਂ ਦੀ ਔਸਤਨ ਉਮਰ 35.37 ਹੈ। ਸੋ ਵਿਦਿਆਰਥੀਓ ਅਸੀਂ ਬਹੁਲਕ ਅਤੇ ਮੱਧਮਾਨ ਰਾਹੀਂ ਜਿਹੜਾ ਸਿੱਟਾ ਕੱਢਿਆ ਹੈ ਅਸੀਂ ਇੱਕ ਵਾਰੀ ਫੇਰ ਡਿਸਕਸ ਕਰ ਲੈਂਦੇ ਹਾਂ। ਬਹੁਲਕ ਅਤੇ ਮੱਧਮਾਨ ਦਾ ਸਿੱਟਾ ਬੱਚਿਓ ਇਸ ਪ੍ਰਕਾਰ ਹੈ। ਹਸਪਤਾਲ ਵਿੱਚ ਭਰਤੀ ਜ਼ਿਆਦਾਤਰ ਰੋਗੀ 36.8 ਸਾਲ ਦੇ ਲਗਭਗ ਹਨ, ਜਿਹੜਾ ਕਿ ਬਹੁਲਕ ਵੱਲੋਂ ਦਰਸਾਇਆ ਗਿਆ ਹੈ, ਅਤੇ ਰੋਗੀਆਂ ਦੀ ਔਸਤਨ ਉਮਰ 35.37 ਸਾਲ ਹੈ, ਜਿਹੜਾ ਕਿ ਸਾਡੇ ਮੱਧਮਾਨ ਵੱਲੋਂ ਦਰਸਾਇਆ ਗਿਆ ਹੈ। ਸੋ ਮੈਨੂੰ ਆਸ ਹੈ ਕਿ ਸਮੂਹ ਵਿਦਿਆਰਥੀਆਂ ਨੇ ਮੱਧਮਾਨ ਅਤੇ ਬਹੁਲਕ ਪਤਾ ਕਰਨ ਦਾ ਤਰੀਕਾ ਸਿੱਖਿਆ ਤੇ ਦੋਵਾਂ ਦਾ ਕੰਪੈਰੀਜ਼ਨ ਵੀ ਬੜੇ ਈਜ਼ੀਲੀ ਸਮਝ ਲਿਆ ਹੋਵੇਗਾ, ਕਿਸ ਤਰ੍ਹਾਂ ਅਸੀਂ ਇੰਟਰਪ੍ਰੀਟੇਸ਼ਨ ਕੀਤੀ ਹੈ ਦੋਵਾਂ ਸੈਂਟਰਲ ਟੈਂਡੈਂਸੀ ਦੇ ਮੈਜ਼ਰਮੈਂਟਸ ਦੀ। ਸੋ ਬੱਚਿਓ ਇਸ ਤਰ੍ਹਾਂ ਦੇ ਕੁਐਸਚਨ ਟੈਕਸਟ ਬੁੱਕ ਵਿੱਚੋਂ ਹੋਰ ਕਰੋ ਤੇ ਇਹਨਾਂ ਦੇ ਵਿੱਚ ਪਰਪੱਕਤਾ ਹਾਸਲ ਕਰੋ। ਪਿਆਰੇ ਵਿਦਿਆਰਥੀਓ, ਆਓ ਅਸੀਂ ਇਸ ਦੇ ਨਾਲ ਜੁਲਾਈ ਦੇ ਸਿਲੇਬਸ ਵਿੱਚੋਂ ਇੱਕ ਸਵਾਲ ਦੀ ਦੁਹਰਾਈ ਕਰੀਏ। ਵਿਦਿਆਰਥੀਓ ਇਹ ਸਵਾਲ ਬੋਰਡ ਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੈ, ਕਿਉਂਕਿ ਹਰ ਸਾਲ ਇਸ ਟਾਈਪ ਦਾ ਕੁਐਸਚਨ ਪੇਪਰ ਵਿੱਚ ਦੇਖਣ ਨੂੰ ਮਿਲਦਾ ਆ ਤੇ ਲਗਭਗ ਇਹਦੀ ਵੈਲਿਊ ਬਦਲਦੀ ਆ ਕੁਐਸਚਨਸ ਦੀ, ਬਟ ਇਹ ਕੁਐਸਚਨ ਹਰ ਸਾਲ ਹੀ ਆਉਂਦਾ ਆ। ਸੋ ਵਿਦਿਆਰਥੀਓ ਅਸੀਂ ਕੁਐਸਚਨ ਸਮਝਦੇ। ਸੋ ਬੱਚਿਓ ਸਾਡੇ ਕੋਲ ਸਟੇਟਮੈਂਟ ਦਿੱਤੀ ਹੋਈ ਹੈ, ਇਹ ਸਿੱਧ ਕਰਨਾ ਆ ਕਿ √5 ਇੱਕ ਆਪਰਮੇय ਸੰਖਿਆ ਹੈ, ਭਾਵ ਕਿ √5 ਜਿਹੜੀ ਆ ਉਹ ਇੱਕ ਇਰਰੈਸ਼ਨਲ ਨੰਬਰ ਹੈ। ਸੋ ਬੱਚਿਓ ਅਸੀਂ ਇਸ ਸਵਾਲ ਨੂੰ ਕੰਟਰਾਡਿਕਟਰੀ ਮੈਥਡ ਦੇ ਨਾਲ ਹੱਲ ਕਰਾਂਗੇ, ਭਾਵ ਕਿ ਅਸੀਂ ਸਵੈ ਵਿਰੋਧ ਤਕਨੀਕ ਬਾਈ ਕੰਟਰਾਡਿਕਸ਼ਨ ਵਾਲਾ ਮੈਥਡ ਲਗਾ ਕੇ ਇਹ ਸਵਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬੱਚਿਓ ਮੈਂ ਤੁਹਾਨੂੰ ਦੱਸ ਦਵਾਂ ਕਿ ਕੰਟਰਾਡਿਕਟਰੀ ਮੈਥਡ ਕਿਸ ਲਾ ਤੇ ਕੰਮ ਕਰਦਾ ਹੈ। ਕੰਟਰਾਡਿਕਟਰੀ ਮੈਥਡ ਦੇ ਵਿੱਚ ਅਸੀਂ ਸਟਾਰਟਿੰਗ ਦੇ ਵਿੱਚ ਕੋਈ ਚੀਜ਼ ਮੰਨ ਲਈਦੀ ਹੈ ਅਤੇ ਕੁਐਸਚਨ ਨੂੰ ਹੱਲ ਕਰਨ ਤੋਂ ਬਾਅਦ ਸਾਡੀ ਮਨੌਤ ਦੇ ਵਿੱਚ ਕੋਈ ਅੜਚਨ ਪੈਦਾ ਹੋ ਜਾਂਦੀ ਹੈ ਅਤੇ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਵੱਲੋਂ ਮੰਨੀ ਗਈ ਚੀਜ਼ ਗਲਤ ਸੀ। ਸੋ ਇਹ ਕੰਟਰਾਡਿਕਟਰੀ ਮੈਥਡ ਦਾ
ਜਿਹੜਾ ਲਾ ਹੈ ਨਿਯਮ ਹੈ। ਆਓ ਅਸੀਂ ਇਸ ਸਵਾਲ ਨੂੰ ਵੀ ਕੰਟਰਾਡਿਕਟਰੀ ਮੈਥਡ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਵਿਦਿਆਰਥੀਓ, ਮੰਨ ਲਓ ਕਿ √5 ਇੱਕ ਆਪਰਮੇय ਸੰਖਿਆ ਨਹੀਂ ਹੈ। ਅਸੀਂ ਸਿੱਧ ਕਰਨਾ ਹੈ ਕਿ √5 ਇੱਕ ਆਪਰਮੇय ਸੰਖਿਆ ਹੈ। ਅਸੀਂ ਇਸ ਤੋਂ ਉਲਟ ਮੰਨਣਾ ਹੈ ਕਿ √5 ਇੱਕ ਆਪਰਮੇय ਸੰਖਿਆ ਨਹੀਂ ਹੈ। ਜੇ ਆਪਰਮੇय ਸੰਖਿਆ ਨਹੀਂ ਹੈ ਤਾਂ ਬੱਚਿਓ ਕੀ ਹੋਏਗਾ? ਉਹ ਫਿਰ ਇੱਕ ਪਰਮੇय ਸੰਖਿਆ ਹੋਏਗੀ। ਇਸ ਕਰਕੇ ਬੱਚਿਓ ਅਸੀਂ ਇਹ ਮੰਨ ਲਿਆ ਹੈ ਕਿ √5 ਵਰਗਮੂਲ 5 ਇੱਕ ਪਰਮੇय ਸੰਖਿਆ ਹੈ। ਸੋ ਜੇ √5 ਇੱਕ ਪਰਮੇय ਸੰਖਿਆ ਹੈ ਤੇ ਪਰਮੇय ਸੰਖਿਆ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਅਸੀਂ ਇਸ ਨੂੰ ਵਿਦਿਆਰਥੀਓ x/y ਦੇ ਰੂਪ ਵਿੱਚ ਲਿਖ ਸਕਦੇ ਹਾਂ। ਸੋ ਬੱਚਿਓ, ਜੇ √5 ਇੱਕ ਪਰਮੇय ਸੰਖਿਆ ਹੈ ਤਾਂ ਅਸੀਂ ਇਸ ਨੂੰ x/y ਦੇ ਰੂਪ ਵਿੱਚ ਲਿਖ ਸਕਦੇ ਹਾਂ। ਅਤੇ x/y ਕਿਸ ਤਰ੍ਹਾਂ ਦੇ ਨੰਬਰ ਹੋਣਗੇ? ਇਹ ਦੋਨੋਂ ਕੋ ਪ੍ਰਾਈਮ ਭਾਵ ਕਿ ਸਹਿ ਅਭਾਜ ਸੰਖਿਆਵਾਂ ਹੋਣਗੀਆਂ। x ਅਤੇ y ਦਾ ਜਿਹੜਾ HCF ਆ ਉਹ 1 ਹੋਏਗਾ ਅਤੇ y ≠ 0 ਹੋਏਗਾ। ਸੋ ਵਿਦਿਆਰਥੀਓ, ਇੱਥੇ ਅਸੀਂ ਜਿਹੜੀ ਮਾਸਾ ਵਾ x y = 1 ਦੀ ਕੰਡੀਸ਼ਨ ਮੰਨੀ ਹੈ। ਜੇ ਇਸ ਕੰਡੀਸ਼ਨ ਦੇ ਵਿੱਚ ਕੋਈ ਕੰਟਰਾਡਿਕਸ਼ਨ ਆਉਂਦੀ ਹੈ ਤਾਂ ਸਾਡੀ ਮਨੌਤ ਗਲਤ ਹੋਵੇਗੀ ਤੇ ਇਹ ਸਿੱਧ ਹੋ ਜਾਏਗਾ ਕਿ ਜਿਹੜਾ √5 ਹੈ ਉਹ ਪਰਮੇय ਨਹੀਂ, ਆਪਰਮੇय ਹੈ। ਆਓ ਅਸੀਂ ਅਗਲੇ ਸਟੈਪ ਵੱਲ ਚੱਲਦੇ ਹਾਂ। ਵਿਦਿਆਰਥੀਓ, ਹੁਣ ਅਸੀਂ ਕੀ ਕਰਨਾ ਹੈ? ਅਸੀਂ ਰਾਈਟ ਸਾਈਡ ਤੇ ਜਿਹੜਾ y ਓਵਰ ਵਿੱਚ ਪਿਆ ਹੈ ਇਸ ਨੂੰ ਤੇ √5 ਨਾਲ ਮਲਟੀਪਲਾਈ ਕਰ ਦੇਣਾ ਹੈ। ਉਸ ਤੋਂ ਬਾਅਦ ਬੱਚਿਓ ਅਸੀਂ ਇਸ ਇਕੁਏਸ਼ਨ ਦੇ ਦੋਨੋਂ ਸਾਈਡ ਤੇ ਸਕੁਅਰ ਕਰ ਦੇਣਾ ਹੈ, ਭਾਵ ਕਿ ਵਰਗ ਕਰ ਦੇਣਾ ਹੈ। ਦੋਵਾਂ ਸਾਈਡ ਤੇ ਸਕੁਅਰ ਕਰਨ ਤੋਂ ਬਾਅਦ ਬੱਚਿਓ ਸਾਡੇ ਕੋਲ ਆਏਗਾ y√5² = x²। ਇਸ ਨੂੰ ਹੱਲ ਕਰਨ ਤੋਂ ਬਾਅਦ ਸਾਡੇ ਕੋਲ ਆਏਗਾ ਬੱਚਿਓ 5y² = x²। ਸੋ ਇਹ ਸਾਡੀ ਇਕੁਏਸ਼ਨ ਨੰਬਰ 1 ਬਣ ਚੁੱਕੀ ਹੈ। ਇਸ ਤੋਂ ਬੱਚਿਓ ਕੀ ਤੁਹਾਨੂੰ ਪਤਾ ਲੱਗ ਰਿਹਾ ਹੈ? ਇਸ ਤੋਂ ਪਤਾ ਲੱਗਦਾ ਹੈ ਕਿ 5x² ਨੂੰ ਵੰਡਦਾ ਹੈ, ਭਾਵ ਕਿ 5x² ਦਾ ਗੁਣਨਖੰਡ ਹੈ। ਜੇ 5x² ਨੂੰ ਵੰਡਦਾ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ 5x ਨੂੰ ਵੀ ਵੰਡਦਾ ਹੈ। ਸੋ ਜੇ 5x ਨੂੰ ਵੰਡਦਾ ਹੈ ਤੇ 5x ਦਾ ਗੁਣਨਖੰਡ ਹੈ। ਜੇਕਰ 5x ਦਾ ਗੁਣਨਖੰਡ ਹੈ ਤੇ ਅਸੀਂ x ਦੀ ਵੈਲਿਊ = 5k ਲਿਖ ਸਕਦੇ ਹਾਂ। ਹੁਣ ਬੱਚਿਓ, ਇਹ x ਦੀ ਵੈਲਿਊ 5k ਜੇਕਰ ਅਸੀਂ ਸਮੀਕਰਨ ਨੰਬਰ 1 ਵਿੱਚ ਫਿਲ ਕਰ ਦਈਏ ਤਾਂ ਸਾਡੇ ਕੋਲ ਬੱਚਿਓ ਕੀ ਸਮੀਕਰਨ ਬਣੇਗੀ? ਸਾਡੇ ਕੋਲ ਵਿਦਿਆਰਥੀਓ ਸਮੀਕਰਨ ਬਣੇਗੀ 5y² ਲੈਫਟ ਸਾਈਡ ਤੇ ਐਜ਼ ਇਟ ਇਜ਼ ਰਹੇਗਾ ਬੱਚਿਓ ਇਹ ਵਾਲਾ, ਤੇ x ਦੀ ਜਗ੍ਹਾ ਤੇ ਅਸੀਂ ਬੱਚਿਓ 5k ਫਿਲ ਕਰ ਦੇਣਾ ਹੈ। ਸੋ ਸਾਡੇ ਕੋਲ ਬੱਚਿਓ ਬਣ ਗਿਆ 5y² = 5k²। ਸੋ ਬੱਚਿਓ, ਇਹ ਲੈਫਟ ਸਾਈਡ ਵਾਲਾ ਜਿਹੜਾ 5 ਹੈ ਇਸ ਨੂੰ ਆਪਾਂ ਰਾਈਟ ਸਾਈਡ ਤੇ ਡਿਵਾਈਡ ਕਰ ਦੇਵਾਂਗੇ। ਸਾਡੇ ਕੋਲ ਬੱਚਿਓ ਆ ਜਾਏਗਾ y² = 25k²/5। ਸੋ ਬੱਚਿਓ, ਇਸ ਨੂੰ ਹੱਲ ਕਰਨ ਤੋਂ ਬਾਅਦ ਸਾਡੇ ਕੋਲ ਆਏਗਾ y² = 5k²। ਸੋ ਬੱਚਿਓ, ਇਸ ਤੋਂ ਤੁਹਾਨੂੰ ਕੀ ਸਮਝ ਲੱਗਦੀ ਹੈ? ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ 5y² ਨੂੰ ਵੰਡਦਾ ਹੈ। ਜੇਕਰ 5y² ਨੂੰ ਵੰਡਦਾ ਹੈ ਭਾਵ ਕਿ ਡਿਵਾਈਡ ਕਰਦਾ ਹੈ ਤਾਂ 5y ਨੂੰ ਵੀ ਡਿਵਾਈਡ ਕਰੇਗਾ, ਮਤਲਬ 5y ਦਾ ਗੁਣਨਖੰਡ ਹੈ। ਜੇਕਰ ਬੱਚਿਓ 5y ਦਾ ਗੁਣਨਖੰਡ ਹੈ ਤਾਂ ਉੱਪਰ ਅਸੀਂ ਇਹ ਦੇਖਿਆ ਸੀ ਕਿ 5x ਦਾ ਵੀ ਗੁਣਨਖੰਡ ਹੈ, ਭਾਵ ਕਿ 5x ਨੂੰ ਵੀ ਵੰਡਦਾ ਹੈ। ਇੱਥੇ ਸਾਡੇ ਕੋਲ ਬੱਚਿਓ ਆ ਗਿਆ 5y ਨੂੰ ਵੀ ਵੰਡਦਾ ਹੈ। ਹੁਣ ਇਸ ਦਾ ਮਤਲਬ ਹੈ ਜੇ 5x ਅਤੇ y ਦੋਵਾਂ ਨੂੰ ਵੰਡਦਾ ਹੈ ਤਾਂ 5x ਅਤੇ y ਦਾ ਇੱਕ ਸਾਂਝਾ ਗੁਣਨਖੰਡ ਹੈ। ਪਰ ਵਿਦਿਆਰਥੀਓ, ਅਸੀਂ ਉੱਪਰ ਕੀ ਮੰਨਿਆ ਸੀ? ਯਾਦ ਹੈ ਤੁਹਾਨੂੰ? ਅਸੀਂ ਇਹ ਮੰਨਿਆ ਸੀ ਕਿ x ਅਤੇ y ਦਾ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ, ਮਤਲਬ HCF x ਅਤੇ y ਦਾ 1 ਹੈ। ਪਰ ਸਾਡੇ ਕੋਲ ਬੱਚਿਓ ਆਖਿਰ ਦੇ ਉੱਤੇ ਕੀ ਕੰਡੀਸ਼ਨ ਬਣ ਗਈ? ਸਾਡੇ ਕੋਲ ਬੱਚਿਓ ਇਹ ਕੰਡੀਸ਼ਨ ਆ ਗਈ ਹੈ ਕਿ x ਅਤੇ y ਦਾ ਸਾਂਝਾ ਗੁਣਨਖੰਡ 5 1 ਤੇ ਹੈ ਹੀ ਹੈ, ਇਸ ਤੋਂ ਇਲਾਵਾ ਵੀ ਹੋ ਸਕਦਾ ਕੋਈ ਹੋਰ ਹੋਵੇ। ਸੋ ਇਹ ਜਿਹੜਾ x ਅਤੇ y ਦਾ 5 ਸਾਂਝਾ ਗੁਣਨਖੰਡ ਆ ਚੁੱਕਾ ਹੈ। ਇਹ ਸਾਡੀ ਮਨੌਤ ਨੂੰ ਕੰਟਰਾਡਿਕਟ ਕਰਦਾ ਹੈ, ਜਿਹੜੀ ਅਸੀਂ ਮੰਨੀ ਸੀ ਗੱਲ ਕਿ ਮਾਸਾ ਵਾ x ਅਤੇ y ਦਾ 1 ਹੈ। ਸੋ ਸਾਡੇ ਵੱਲੋਂ ਇਹ ਮੰਨਿਆ ਜਾਣਾ ਕਿ √5 ਇੱਕ ਪਰਮੇय ਸੰਖਿਆ ਹੈ। ਇਹ ਸਾਡੀ ਮਨੌਤ ਦੇ ਵਿੱਚ ਕੰਟਰਾਡਿਕਸ਼ਨ ਪੈਦਾ ਕਰਦਾ ਹੈ। ਸੋ ਸਾਡੇ ਵੱਲੋਂ ਮੰਨੀ ਗਈ ਸਟੇਟਮੈਂਟ ਕਿ √5 ਇੱਕ ਪਰਮੇय ਸੰਖਿਆ ਹੈ ਗਲਤ ਹੈ। ਜੇਕਰ ਵਿਦਿਆਰਥੀਓ ਸਾਡੇ ਵੱਲੋਂ ਮੰਨੀ ਗਈ ਮਨੌਤ ਗਲਤ ਹੈ, √5 ਇੱਕ ਪਰਮੇय ਸੰਖਿਆ ਨਹੀਂ ਹੈ, ਤਾਂ ਸੋ ਬੱਚਿਓ ਕਿਹੜੀ ਸੰਖਿਆ ਹੋਵੇਗੀ? ਉਹ ਸੰਖਿਆ ਹੋਵੇਗੀ ਬੱਚਿਓ ਆਪਰਮੇय। ਇਹੀ ਤਾਂ ਬੱਚਿਓ ਅਸੀਂ ਪ੍ਰੂਵ ਕਰਨਾ ਸੀ।
ਸੋ ਮੈਨੂੰ ਪੂਰੀ ਆਸ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਰੂਟ ਵਾਲੀ ਸੰਖਿਆ ਨੂੰ ਇਰਰੈਸ਼ਨਲ ਪ੍ਰੂਵ ਕਰਨ ਦੇ ਵਿੱਚ ਕੋਈ ਨੈਕਸਟ ਦਿੱਕਤ ਕਦੀ ਨਹੀਂ ਆਏਗੀ, ਕਿਉਂਕਿ ਸਾਰੇ ਵਿਦਿਆਰਥੀਆਂ ਨੇ ਇਸ ਕੁਐਸਚਨ ਨੂੰ ਬੜੇ ਧਿਆਨ ਨਾਲ ਸਮਝਿਆ ਤੇ ਸੁਣਿਆ ਹੈ। ਸੋ ਇਹਨਾਂ ਗੱਲਾਂ ਦੇ ਨਾਲ ਵਿਦਿਆਰਥੀਓ ਅਸੀਂ ਅਗਲੀ ਕਲਾਸ ਵਿੱਚ ਤੁਹਾਨੂੰ ਛੇਤੀ ਮਿਲਣ ਦਾ ਵਾਅਦਾ ਕਰਕੇ ਆਪ ਜੀ ਤੋਂ ਵਿਦਾ ਲੈਂਦੇ ਹਾਂ। ਥੈਂਕ ਯੂ ਵੈਰੀ ਮੱਚ। ਸਾਰੇ ਵਿਦਿਆਰਥੀ ਇਹਨਾਂ ਕੁਐਸਚਨਸ ਦੀ ਆਪਣੀ ਬੁੱਕ ਵਿੱਚੋਂ ਵੀ ਪ੍ਰੈਕਟਿਸ ਕਰਨ ਅਤੇ ਪਰਪੱਕਤਾ ਹਾਸਲ ਕਰਨ। ਥੈਂਕ ਯੂ ਅਗੇਨ।